ਇਹ ਮਜ਼ੇ ਨੇ ਜਾਪਾਨ ਦੇ ਵਿੱਚ ਨਾ। ਤੁਸੀਂ ਲੈਸ ਦੈਨ 100 ਕਿਲੋਮੀਟਰ, ਉਹ ਵੀ ਬਹੁਤ ਜ਼ਿਆਦਾ ਹੈ, 50 ਜਾਂ 60 ਕਿਲੋਮੀਟਰ ਦੇ ਅੰਦਰ ਤੁਸੀਂ ਸਮੁੰਦਰ 'ਤੇ ਵੀ ਜਾ ਸਕਦੇ ਹੋ, ਪਹਾੜਾਂ 'ਚ ਵੀ ਜਾ ਸਕਦੇ ਹੋ, ਇਸ ਤਰ੍ਹਾਂ ਦੇ ਨਜ਼ਾਰਿਆਂ 'ਚ ਵੀ, ਕੰਟਰੀ ਸਾਈਡ 'ਚ ਵੀ ਜਾ ਸਕਦੇ ਹੋ। ਈਵਨ ਕਿ ਤੁਸੀਂ ਟੋਕੀਓ ਦੇ ਵਿੱਚ ਵੀ ਹੋ ਨਾ, ਤੁਸੀਂ 40-50 ਕਿਲੋਮੀਟਰ ਨਿਕਲ ਕੇ ਤੁਸੀਂ ਪਿੰਡਾਂ ਵਿੱਚ ਚਲੇ ਜਾਓਗੇ। ਅਸਲਾਮ ਵਾਲੇਕੁਮ ਦੋਸਤੋ, ਮੇਰਾ ਨਾਮ ਹੈ ਮੁਹੰਮਦ ਸ਼ੁਏਬ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਵਨ ਲਾਈਫ ਵਿਦ ਸ਼ੁਏਬ। ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ, ਮੈਂ ਇੱਕ ਟਰੈਵਲਰ ਹਾਂ ਔਰ ਕਲਚਰ ਮੁਖਤਲਿਫ ਐਕਸਪਲੋਰ ਕਰਦਾ ਰਹਿਣਾ। ਮੈਂ ਜਾਪਾਨ ਦੇ ਵਿੱਚ ਰਹਿਣਾ ਵਾਂ, ਤੁਹਾਨੂੰ ਜ਼ਿਆਦਾਤਰ ਵੀਡੀਓਜ਼ ਦੇ ਵਿੱਚ ਰੀਅਲ ਜਾਪਾਨ ਦਿਖਾਉਣ ਦੀ ਕੋਸ਼ਿਸ਼ ਕਰਨਾ। ਯਾਨੀ ਕਿ ਮੇਰੇ ਵਾਸਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਟਿਪੀਕਲ ਨੇ, ਨਾਰਮਲ ਨੇ ਨਾ, ਆਦਤ ਹੋ ਗਈ 8 ਸਾਲ ਤੋਂ ਮੈਂ ਇੱਥੇ ਰਹਿ ਰਿਹਾ। ਲੇਕਿਨ ਤੁਹਾਡੇ ਵਾਸਤੇ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਨਵੀਆਂ ਡਿਫਰੈਂਟ ਹੋ ਸਕਦੀਆਂ ਨੇ। ਮੈਂ ਉੱਥੋਂ ਆਇਆ ਵਾਂ ਮੇਨ ਸੜਕ ਤੋਂ ਨਾ, ਅਤੇ ਇਹ ਮੁਹੱਲਾ ਮੈਨੂੰ ਬਹੁਤ ਖੂਬਸੂਰਤ ਲੱਗਿਆ। ਮੈਂ ਕਿਹਾ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ। ਸੁਨਸਾਨ ਗਲੀਆਂ, ਜ਼ਿਆਦਾਤਰ ਇਹੀ ਸਵਾਲ ਮਿਲਦਾ ਕਿ ਬੰਦੇ ਕਿੱਥੇ ਨੇ, ਕੀ ਕਰੀਏ, ਬੰਦੇ ਇੱਥੇ ਹੈ ਨਹੀਂ ਲੇਕਿਨ ਕਿ ਨਜ਼ਰ ਘੱਟ ਆਉਂਦੇ ਨੇ। ਇਹ ਗਲੀਆਂ ਨੇ, ਇਹਨਾਂ ਦੇ ਵਿੱਚ ਅਮੂਮਨ ਸਪੀਡ ਜਿਹੜੀ ਹੈ 20 ਤੋਂ ਲੈ ਕੇ 30 ਤੱਕ ਹੁੰਦੀ ਹੈ, ਅਤੇ ਇਹਦਾ ਸਾਨੂੰ ਖਿਆਲ ਰੱਖਣਾ ਪੈਂਦਾ। ਵੇਖ ਰਹੇ 2 ਬੱਚੇ ਖੇਡ ਰਹੇ ਨੇ। ਜਾਪਾਨ ਦੇ ਜਿਹੜੇ ਟਿਪੀਕਲ ਘਰ ਨੇ ਨਾ ਉਹ ਇਸੇ ਤਰ੍ਹਾਂ ਦੇ ਹੁੰਦੇ ਨੇ, ਲੇਕਿਨ ਜਦੋਂ ਤੁਸੀਂ ਮਜ਼ੀਦ ਡਿਵੈਲਪ ਏਰੀਆ ਦੇ ਵਿੱਚ ਜਾਂਦੇ ਹੋ ਉੱਥੇ ਫਿਰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਬਿਲਡਿੰਗਸ ਦੇ ਅੰਦਰ ਰਹਿੰਦੇ ਨੇ, ਯਾਨੀ ਕਿ ਰੈਂਟ ਦੇ ਉੱਤੇ, ਅਪਾਰਟਮੈਂਟਸ ਦੇ ਵਿੱਚ। ਲੇਕਿਨ ਇੱਥੇ ਇਹ ਸਾਰਾ ਇੱਕ ਮੁਹੱਲਾ ਜਿਹਦੇ ਵਿੱਚ ਸਿਰਫ ਜ਼ਿਆਦਾਤਰ ਘਰ ਨੇ, ਯਾਨੀ ਕਿ ਅਗਰ ਰੈਂਟਲ ਵੀ ਹੋਣਗੇ ਤਾਂ ਘਰ ਹੀ ਹੋਣਗੇ, ਅਪਾਰਟਮੈਂਟਸ ਤੁਹਾਨੂੰ ਰੈਂਟ 'ਤੇ ਨਹੀਂ ਮਿਲਣਗੇ। ਔਰ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਖੁੱਲ੍ਹੀਆਂ ਗਲੀਆਂ ਵੀ ਦੇਖਣ ਨੂੰ ਨਹੀਂ ਮਿਲਣਗੀਆਂ। ਚੈੱਕ ਕਰੋ ਕਿੰਨੀ ਸਾਫ ਸੁਥਰੀ ਗਲੀ ਹੈ, ਦੂਰ ਤੱਕ ਮੈਂ ਵੇਖਾਂ ਨਾ ਕੋਈ ਇੱਕ ਛੋਟਾ ਜਿਹਾ ਰੈਪਰ ਵੀ ਨਜ਼ਰ ਨਹੀਂ ਆਉਂਦਾ। ਅਤੇ ਜੈਪਨੀਜ਼ ਘਰਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਨਾ ਕਿ ਇਹ ਛੋਟੀ ਛੋਟੀ ਜਗ੍ਹਾ ਹੁੰਦੀ ਹੈ, ਬਾਗਬਾਨੀ ਦਾ ਇਹਨਾਂ ਨੂੰ ਬਹੁਤ ਸ਼ੌਕ ਹੁੰਦਾ ਹੈ, ਅਤੇ ਇਹ ਆਪਣੇ ਘਰਾਂ ਦੇ ਵਿੱਚ ਲਾਜ਼ਮੀ ਕੋਈ ਫੁੱਲ ਬੂਟੇ ਰੱਖਦੇ ਨੇ। ਸਭ ਤੋਂ ਵੱਡਾ ਰੀਜ਼ਨ ਕਿ ਜਾਪਾਨ ਦੇ ਵਿੱਚ ਬੰਦੇ ਨਜ਼ਰ ਕਿਉਂ ਨਹੀਂ ਆਉਂਦੇ ਕਿ ਇੱਥੇ ਜਾਪਾਨ ਦੇ ਵਿੱਚ ਜੋਬ ਕਲਚਰ ਬਹੁਤ ਜ਼ਿਆਦਾ ਹੈ। 9 to 5 ਜੋਬਸ ਨੇ, ਯਾਨੀ ਕਿ ਇੱਥੇ ਨਾ 9 ਤੋਂ 5 ਲੋਕ ਜੋਬ ਕਰਦੇ ਨੇ, ਜਿਹਦੀ ਵਜ੍ਹਾ ਤੋਂ ਜਾਂ ਸੁਬਾਹ ਕੰਮ 'ਤੇ ਜਾਣ 'ਤੇ ਨਜ਼ਰ ਆਉਂਦੇ ਨੇ ਔਰ ਜਾਂ ਸ਼ਾਮ ਨੂੰ ਜ਼ਿਆਦਾ ਨਜ਼ਰ ਆਉਂਦੇ ਇਹਨਾਂ ਗਲੀਆਂ ਦੇ ਵਿੱਚ। ਇਹ ਇੱਕ ਨਵਾਂ ਇੱਕ ਇੱਥੇ ਮਕਾਨ ਬਣ ਰਿਹਾ, ਅਪਾਰਟਮੈਂਟ ਜਾਂ ਮਕਾਨ ਹੈ ਆਈ ਥਿੰਕ। ਇਹ ਵੇਖੋ ਕਿ ਇੱਥੇ ਨਾ ਹਰ ਚੀਜ਼ ਨੂੰ ਕਵਰ ਕਰ ਦਿੱਤਾ ਜਾਂਦਾ ਹੈ। ਇਹ ਬੇਸਿਕਲੀ 2 ਮਕਾਨ ਬਣ ਰਹੇ ਨੇ, ਇੱਕ ਮਕਾਨ ਇਸ ਪਾਸੇ ਵੀ, ਇੱਕ ਮਕਾਨ ਉਸ ਪਾਸੇ ਵੀ, ਅਤੇ ਆਲਰੇਡੀ ਯਾਨੀ ਕਿ ਨਾ ਇਹਨਾਂ ਨੇ ਸਾਰਾ ਮਕਾਨ ਦੇ ਇਰਦ ਗਿਰਦ ਜਿਹੜਾ ਨਾ ਕਿ ਇਹ ਤਰਪਾਲ ਲਾਈ ਹੋਈ ਹੈ, ਕੋਈ ਤਾਂ ਕਿ ਮਿੱਟੀ ਘੱਟਾ ਜਿਹੜਾ ਉਹ ਦੂਸਰੇ ਘਰਾਂ ਦੇ ਵਿੱਚ ਨਾ ਜਾਏ। ਇੱਕ ਪਹਾੜੀ ਦੇ ਅੰਦਰ ਸਾਰਾ ਮੁਹੱਲਾ ਜਿਹੜਾ ਨਾ ਉਹ ਪਹਾੜੀ ਦੇ ਅੰਦਰ ਹੈ। ਮੈਂ ਯਾਨੀ ਕਿ ਮੈਪ ਦੇ ਉੱਤੋਂ ਵੇਖਦਾ ਪਿਆ ਸਾਂ, ਮੈਂ ਇਸ ਤਰ੍ਹਾਂ ਵੇਖ ਲੈਂਦਾ ਵਾ, ਇਹ ਮੈਪ ਹੈ ਨਾ, ਇਹ ਵੇਖ ਰਹੇ ਹੋ, ਇਹ ਪੂਰਾ ਏਰੀਆ ਜਿਹੜਾ ਨਾ ਪਹਾੜੀ ਦੇ ਉੱਤੇ ਬੜਾ ਵੱਡਾ ਏਰੀਆ, ਬਹੁਤ ਜ਼ਿਆਦਾ ਮਕਾਨ ਨੇ ਇੱਥੇ, ਬਹੁਤ ਵੱਡਾ ਰਿਹਾਇਸ਼ੀ ਏਰੀਆ। ਅਤੇ ਮੈਂ ਇਸ ਵਕਤ ਇੱਥੇ ਹਾਂ ਪਹਾੜ ਦੀ ਨੁੱਕਰ 'ਤੇ, ਮੈਂ ਹੁਣ ਮੇਨ ਸੜਕ ਤੋਂ ਜਾ ਕੇ ਅਤੇ ਮਜ਼ੀਦ ਅੱਗੇ ਜਾਵਾਂਗਾ। ਆਰਡਰ ਜਿਹੜੇ ਨੇ ਮੈਂ ਨਾ 2 ਮੁਕਾ ਲਏ ਨੇ ਆਰਡਰ। 2 ਆਰਡਰਾਂ ਦਾ ਜਿਹੜਾ ਨਾ ਮੈਨੂੰ ਤਕਰੀਬਨ ਮਿਲਿਆ ਇਹ ਪਾਕਿਸਤਾਨੀ। ਪੁੱਛਦੇ ਹੋ ਤੁਸੀਂ ਨਾ ਕਿ ਪਾਕਿਸਤਾਨੀ ਕਿੰਨੇ ਬਣੇ ਨੇ, ਕਿਉਂਕਿ ਜ਼ਿਆਦਾ ਲੋਕ ਪਾਕਿਸਤਾਨੀ ਵੇਚਦੇ ਨਾ। ਪਾਕਿਸਤਾਨੀ 2 ਆਰਡਰਾਂ ਦਾ ਮੈਨੂੰ ਮਿਲਿਆ ਤਕਰੀਬਨ ਕਿੰਨਾ 3,000 ਰੁਪਇਆ। ਇੱਥੇ ਜਿਹੜਾ ਨਾ ਕਿ ਪਹਾੜਾਂ ਦੇ ਵਿੱਚ ਵੀ ਇਹ ਵੈਂਡਿੰਗ ਮਸ਼ੀਨਸ ਤੁਹਾਨੂੰ ਮਿਲਣਗੀਆਂ, ਹੋਰ ਕੋਈ ਚੀਜ਼ ਮਿਲੇ ਨਾ ਮਿਲੇ। ਮੈਂ ਅਕਸਰ ਇੱਥੋਂ ਕੋਈ ਪਾਣੀ ਵਗੈਰਾ ਜਾਂ ਡਰਿੰਕਸ ਵਗੈਰਾ ਖਰੀਦਦਾ ਰਹਿੰਦਾ ਹਾਂ। ਹਾਲੇ ਤੱਕ ਮੈਂ ਦੁਨੀਆ ਦੇ ਵਿੱਚ ਜਿੱਥੇ ਵੀ ਫਿਰਿਆ ਵਾਂ ਨਾ, ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਮਸਲਾ ਹੋਇਆ ਐਜ਼ ਅ ਟਰੈਵਲਰ ਉਹ ਹੁੰਦਾ ਕਿ ਮੈਨੂੰ ਟੋਇਲਟ ਨਹੀਂ ਮਿਲਦਾ। ਜਾਪਾਨ ਦੇ ਵਿੱਚ ਟੋਇਲਟ ਦਾ ਕੋਈ ਐਸਾ ਇਸ਼ੂ ਨਹੀਂ ਹੈ। ਹੁਣ ਤੁਹਾਨੂੰ ਦਿਖਾਉਣਾ ਕਿ ਸੜਕ ਦੇ ਵਿੱਚੋਂ ਵਿੱਚ ਪਹਾੜਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ, ਇੱਥੇ ਇੱਕ ਬੱਸ ਸਟਾਪ ਆਇਆ ਜਾਂ ਕੀ ਆ, ਉਹ ਸਾਹਮਣੇ ਇੱਕ ਟੋਇਲਟ ਹੈ, ਠੀਕ ਹੈ। ਜੈਂਟਸ ਦਾ ਟੋਇਲਟ ਅਲੱਗ ਹੈ, ਲੇਡੀਜ਼ ਦਾ ਟੋਇਲਟ ਅਲੱਗ ਹੈ, ਔਰ ਮਾਜ਼ੂਰ ਲੋਕਾਂ ਦਾ ਟੋਇਲਟ ਅਲੱਗ ਹੈ। ਯਾਨੀ ਕਿ ਟੋਇਲਟ ਵੀ ਇੱਕ ਨਹੀਂ, 3 ਟੋਇਲਟ ਨੇ। ਇਹ ਗੌਰਮੈਂਟ ਜਿਹੜੀ ਨਾ ਕਿ ਬਹੁਤ ਜ਼ਿਆਦਾ ਸਹੂਲਤਾਂ ਦਿੰਦੀ ਹੈ ਤੁਹਾਨੂੰ। ਦੋਸਤੋ ਇੱਕ ਹੋਰ ਚੀਜ਼ ਸ਼ੇਅਰ ਕਰ ਰਿਹਾ ਕਿ ਇਹ ਬੱਸ ਸਟਾਪ ਇੱਥੇ ਵੀ ਨਾ, ਇੱਥੇ ਲੋਕ ਬੈਠ ਕੇ ਇੰਤਜ਼ਾਰ ਕਰਦੇ ਨੇ ਬੱਸ ਦਾ, ਅਤੇ ਇਹਦੇ ਨੁੱਕਰ ਦੇ ਉੱਤੇ ਇੱਕ ਇਹ ਪੋਸਟ ਬਾਕਸ ਵੀ ਬਣਾ ਦਿੱਤਾ ਗਿਆ ਹੈ, ਠੀਕ ਹੈ। ਇਹਦੀ ਰੀਜ਼ਨ ਇੱਥੇ ਲਾਉਣ ਦੀ ਇਹੀ ਹੈ ਕਿ ਇਹ ਉਸ ਜਗ੍ਹਾ 'ਤੇ ਲਾਉਂਦੇ ਨੇ ਜਿੱਥੇ ਕਿ ਜ਼ਿਆਦਾਤਰ ਲੋਕਾਂ ਦਾ ਗੁਜ਼ਰ ਹੋਵੇ, ਯਾਨੀ ਕਿ ਹਰ ਚੀਜ਼ ਉੱਥੇ ਛੋਟੀ ਛੋਟੀ ਚੀਜ਼ 'ਤੇ ਨਾ ਖਿਆਲ ਰੱਖਿਆ ਜਾਂਦਾ ਹੈ। ਔਰ ਇਹ ਵੇਖੋ ਇਹਦੇ ਵਿੱਚ ਵੱਡੇ ਯਾਨੀ ਕਿ ਪਾਰਸਲ ਪਾਉਣ ਵਾਸਤੇ ਖਾਨਾ ਅਲੱਗ ਹੈ, ਔਰ ਛੋਟੇ ਯਾਨੀ ਕਿ ਲੈਟਰ ਛੋਟੇ ਯਾਨੀ ਕਿ ਖੱਤ ਟੈਪ ਪਾਉਣ ਵਾਸਤੇ ਲੈਟਰ ਅਲੱਗ ਹੈ। ਇਹ ਲਿਖਿਆ ਵੀ ਹੈ ਲੈਟਰਸ ਅਤੇ ਪੋਸਟ ਕਾਰਡਸ ਇਹਦੇ 'ਚ ਪਾਓ, ਅਤੇ ਬਾਕੀ ਜਿਹੜੇ ਨੇ ਅਦਰਸ ਇਹਦੇ 'ਚ ਪਾਓ।
ਤੇ ਉਹ ਇਹਦੀ ਵਜ੍ਹਾ ਇਹ ਵੇ ਕਿ ਡਾਕੀਆ ਜਿਹੜਾ ਉਹ ਫੌਰੀ ਤੌਰ ਦੇ ਉੱਤੇ ਆਲਰੇਡੀ ਹੀ ਉਹ ਚੀਜ਼ਾਂ ਸੌਰਟ ਆਊਟ ਹੋਈਆਂ ਹੋਣੀਆਂ, ਯਾਨੀ ਕਿ ਅਲੱਗ-ਅਲੱਗ ਹੋਈਆਂ ਹੋਣਗੀਆਂ, ਉਹ ਅਲੱਗ-ਅਲੱਗ ਛਾਪਰਾਂ 'ਚ ਪਾ ਕੇ ਲੈ ਜਾਏਗਾ। ਮੈਂ ਇੱਕ ਹੋਰ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਇੱਥੇ ਬਾਕਾਇਦਾ ਟਾਈਮ ਲਿਖਿਆ ਹੋਇਆ ਕਿਹੜੇ ਡੇਲੀ 11:30 ਤੇ ਡਾਕੀਏ ਨੇ ਆਉਣਾ ਔਰ 15 ਕਿੰਨਾ ਹੁੰਦਾ 3:40 ਤੇ ਡਾਕੀਏ ਨੇ ਆਉਣਾ ਇੱਥੇ ਨਾ। ਔਰ ਸੈਚਰਡੇ ਅਤੇ ਹੋਲੀਡੇਜ਼ ਦਾ ਟਾਈਮ ਵੀ ਅਲੱਗ ਹੈ, ਸਾਰਾ ਟਾਈਮ ਲਿਖਿਆ। ਔਰ ਮੋਸਟਲੀ ਇਸ ਟਾਈਮ ਦੇ ਉੱਤੇ ਡਾਕੀਆ ਬੰਦਾ ਇੱਥੇ ਮੌਜੂਦ ਹੁੰਦਾ। ਹੁਣ ਚੱਲੇ ਆ ਦੂਸਰੇ ਪਾਸੇ ਉਧਰ, ਹਾਲੇ ਮਜ਼ੀਦ ਮੈਂ ਤੁਹਾਨੂੰ ਇਹ ਮਹੱਲਾ ਵਿਖਾਣਾ ਅਤੇ ਮੈਂ ਵੀਡੀਓ ਸ਼ੁਰੂ ਕਰ ਲੈਣਾ, ਪਰ ਮੈਨੂੰ ਵੀਡੀਓ ਖ਼ਤਮ ਨਹੀਂ ਕਰਨੀ ਆਉਂਦੀ, ਬਸ ਮੈਂ ਚੱਲ ਸੋ ਚੱਲ ਬਣਾਈ ਜਾਨਾ, ਬੋਲੀ ਜਾਨਾ ਜੋ ਚੀਜ਼ਾਂ ਮੈਨੂੰ ਸਮਝ ਆਉਂਦੀਆਂ ਨੇ। ਉਮੀਦ ਕਰਨਾ ਤੁਸੀਂ ਬੋਰ ਨਹੀਂ ਹੁੰਦੇ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ ਮੇਰੀ ਵੀਡੀਓਜ਼ ਨੂੰ। ਸੁਜੈਸ਼ਨ ਦਿਆ ਕਰੋ ਮੈਨੂੰ ਮੁਖਤਲਿਫ ਨਾ, ਮੈਂ ਉਹਦੇ 'ਤੇ ਆਹਿਸਤਾ ਵਰਕਿੰਗ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਮਜ਼ੀਦ ਅੱਛੀ ਮਾਲੂਮਾਤ ਲੈ ਕੇ ਅੱਛੀਆਂ ਵੀਡੀਓਜ਼ ਬਣਾਇਆ ਕਰਾਂਗਾ ਤੁਹਾਡੇ ਵਾਸਤੇ। ਖਿਲ ਗਿਆ ਇੱਥੇ ਬਹੁਤ ਜ਼ਿਆਦਾ, ਕਿਆ ਕਮਾਲ ਹੀ। ਇਹ ਫੁੱਲ ਜਿਹੜੇ ਨੇ ਸਾਰੇ ਡਿੱਗ ਜਾਣਗੇ, ਉਸ ਤੋਂ ਬਾਅਦ ਇਹਦੇ ਉੱਤੇ ਪੱਤੇ ਨਿਕਲਣਗੇ ਗ੍ਰੀਨ ਕਲਰ ਵਾਲੇ ਨੂੰ। ਅਜੇ ਇਹ ਮੁਕੰਮਲ ਤੌਰ 'ਤੇ ਬਲੂਮ ਨਹੀਂ ਕੀਤੇ। ਇਹੀ ਮੋਸਟ ਕਰਾਊਡਡ ਸੀਜ਼ਨ ਹੈ ਜਾਪਾਨ ਦੇ ਵਿੱਚ ਵਿਜ਼ਿਟਰ ਦੇ ਆਉਣ ਦਾ, ਯਾਨੀ ਕਿ ਲੋਕ ਜਿਹੜੇ ਨੇ ਉਹ ਸੈਰ ਕਰਨ ਆਉਂਦੇ ਨੇ। ਇਹ ਵੇਖੋ ਕਿੰਨਾ ਪਿਆਰਾ ਕੁੱਤਾ ਹੈ ਯਾਰ, ਕਮਾਲ, ਚਿੱਟੇ ਕਲਰ ਦਾ, ਕਵਾਈ। ਪਾਕਿਸਤਾਨです。パキスタンかなと思った。あ、思った？思ってた。パキスタンのお顔かなと思って。ありがとう。日本はどう？日本？日本大好きです。大好き。何をされてる？今は配達員。ウーバーイーツ。うわ、この辺り。私は摂津市住んでいますけど、摂津市からここ来た。仕事で。そうです。ちゃんとお家わかるの？うん、そうですね。あるから、住所書いてあるから。今簡単。スマートフォンでめっちゃ簡単。かっこいいバイクに乗って。かっこいい。お散歩行ってくるね。はいはい、ありがとう。バイバイは？バイバイ。バイバイ。はい、ありがとう。ਹੁਣ ਮਾਂ ਜੀ ਨੇ ਸਿਰਫ ਮੈਂ ਉਹਨਾਂ ਨਾਲ ਵੇਖਿਆ ਅਤੇ ਉਹਨਾਂ ਨੇ ਮੈਨੂੰ ਸਲਾਮ ਕਰ ਲਿਆ। ਪਹਿਲਾ ਸਵਾਲ ਹੀ ਉਹ ਮਾਂ ਜੀ ਨੇ ਇਹ ਪੁੱਛਿਆ ਕਿ ਕਿਹੜੇ ਮੁਲਕ ਤੋਂ? ਮੈਂ ਕਿਹਾ ਪਾਕਿਸਤਾਨ ਤੋਂ। ਕਹਿੰਦੇ ਨੇ ਮੈਂ ਸੋਚਦੀ ਪਈ ਸਾਂ ਕਿ ਤੂੰ ਪਾਕਿਸਤਾਨ ਤੋਂ ਹੈ। ਮੈਂ ਗੱਲਾਂ 'ਚ ਵੇਖੋ ਕਿੱਧਰ ਨਿਕਲ ਆਇਆ, ਇਹ ਤਾਂ ਪੂਰਾ ਪਿੰਡ ਹੈ ਨਾ। ਮਾਸ਼ਾਅੱਲਾ ਬਹੁਤ ਖੂਬਸੂਰਤ ਹੈ। ਮੈਨੂੰ ਤਾਂ ਇਹ ਜਗ੍ਹਾ ਜ਼ਿਆਦਾ ਪਸੰਦ ਆਉਂਦੀਆਂ ਨੇ ਇਹੋ ਜਿਹੀਆਂ ਨਾ। ਨਿਚਵਾ ਜਾਪਾਨ ਦੇ ਵਿੱਚ ਬੁੱਢੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋ ਚੁੱਕੇ ਨੇ ਨਾ, ਉਹਨਾਂ ਦੀ ਦੇਖਭਾਲ ਵਾਸਤੇ ਇਹੋ ਜਿਹੇ ਲੋਕ ਜਿਹੜੇ ਨੇ ਕੰਮ ਕਰਦੇ ਨੇ। ਨਿਚਵਾ ਅਤੇ ਇਹਨਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਜਾਪਾਨ ਦੇ ਵਿੱਚ। ਓਲਡ ਲੋਕਾਂ ਦੀ ਖਿਦਮਤ ਕਰਨ ਵਾਸਤੇ ਜਿਹੜੇ ਲੋਕ ਨੇ ਉਹਨਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਇਹ ਤਾਂ ਗਲੀ ਬੰਦ ਹੈ, ਤਾਂ ਹੀ ਇਹ ਲੋਕ ਮੈਨੂੰ ਵੇਖਦੇ ਪਏ ਸਨ ਕਿ ਇਹ ਬੰਦਾ ਕਿੱਧਰ ਆਇਆ। ਪਤਾ ਹੈ ਨਾ, ਬੰਦ ਗਲੀ 'ਚ ਬੰਦਾ ਗਲਤੀ ਨਾਲ ਨਿਕਲ ਆਵੇ ਅਤੇ ਸਾਰੇ ਗਲੀ ਵਾਲੇ ਵੇਖਦੇ ਨੇ ਕਿ ਕਿਹਨਾਂ ਹੱਲ ਆਇਆ, ਕਿਹਨੂੰ ਮਿਲਣ ਆਇਆ। ਇਹ ਵੀ ਸਾਰੇ ਬੈਠੇ ਨੇ ਲੈਣ ਸਿਰ ਪਾਵੇ ਗੱਪਸ਼ਪ ਲਾਉਣ। ਇਹ ਫਿਰ ਆਉਂਦੇ ਨੇ ਬਜ਼ੁਰਗਾਂ ਨੂੰ, ਬਾਬਿਆਂ ਨੂੰ ਵਾਕ ਕਰਾਉਂਦੇ ਨੇ, ਫਿਰ ਵੀ ਅੱਛੇ ਤਰੀਕੇ ਨਾਲ ਮੈਨੇਜ ਕਰ ਪਾ ਰਹੇ ਨੇ, ਆਪਣੇ ਬੁੱਢਿਆਂ ਨੂੰ ਛੱਡਦੇ ਨਹੀਂ। ਲੋ ਜੀ, ਹੁਣ ਪਤਾ ਨਹੀਂ ਮੈਂ ਕਿੱਧਰ ਜਾ ਰਿਹਾ, ਲੇਕਿਨ ਬੜਾ ਮਜ਼ਾ ਆ ਰਿਹਾ ਹੈ। ਕਿਆ ਬਾਤ ਹੈ, ਖੂਬਸੂਰਤ, ਜ਼ਬਰਦਸਤ। ਅਗਲਾ ਆਰਡਰ ਵੀ ਕੋਈ ਨਹੀਂ ਨਾ ਆ ਰਿਹਾ। ਮੈਂ ਆਰਡਰ ਦੇ ਚੱਕਰਾਂ 'ਚ ਹੁਣ ਆਪਣਾ ਟਾਈਮ ਪਾਸ ਕਰ ਰਿਹਾ, ਵੇਟ ਦੇ ਚੱਕਰ 'ਚ। ਲੋ ਜੀ, ਇਹ ਕਿੱਥੇ ਆ ਗਏ ਹਾਂ ਅਸੀਂ। ਕਿਆ ਬਾਤ ਹੈ ਯਾਰ, ਕਿਆ ਖੂਬਸੂਰਤ ਮਕਾਨ ਹੈ ਇਹ, ਕਿਆ ਖੂਬਸੂਰਤ ਮਕਾਨ ਹੈ, ਜ਼ਬਰਦਸਤ। ਇਸ ਤਰ੍ਹਾਂ ਹੀ ਮਕਾਨ ਹੁੰਦੇ ਨੇ ਇੱਥੇ। ਇਸ ਜਗ੍ਹਾ ਦੇ ਉੱਤੇ ਆਪਣੀ ਸਬਜ਼ੀਆਂ ਲਾ ਲੈਂਦੇ ਨੇ, ਚੀਜ਼ਾਂ ਲਾ ਲੈਂਦੇ ਨੇ। ਇਹ ਬਾਬਾ ਜੀ ਆ ਗਏ ਨੇ ਆਪਣੇ ਖੇਤਾਂ ਦੇ ਵਿੱਚ। ਨਿਚਵਾ ਕਮਾਲ ਕਮਾਲ। ਓ ਮਾਈ ਗੋਡ, ਇੱਥੇ ਤਾਂ ਪਿਕਨਿਕ ਹੋ ਰਹੀ ਹੈ, ਮੱਛੀਆਂ ਫੜੀਆਂ ਜਾ ਰਹੀਆਂ ਯਾਰ।
ਕਿੱਧਰ ਆ ਗਿਆ ਹੂੰ ਮੈਂ। ਮੇਰੀ ਖੁਸ਼ੀ ਜਿਹੜੀ ਹੈ ਨਾ ਉਹ ਵੱਧ ਗਈ ਹੈ ਬੰਦੇ ਵੇਖ ਕੇ ਹੈ। ਬੰਦੇ ਲੱਭਣੇ ਪੈਂਦੇ ਨੇ। ਵੇਖੋ ਤੁਸੀਂ ਇਹ ਚੀਜ਼ ਨੋਟ ਕੀਤੀ ਹੈ, ਗਲੀਆਂ ਸੁਨਸਾਨ ਨੇ, ਗਲੀਆਂ ਦੇ ਵਿੱਚ ਕੋਈ ਨਹੀਂ, ਲੇਕਿਨ ਇੱਥੇ ਸਾਰੇ ਬੰਦੇ ਆਪਣੇ ਇੰਜੋਏ ਕਰ ਰਹੇ ਨੇ, ਮੱਛੀਆਂ ਫੜ ਰਹੇ ਨੇ। ਹਾਲਾਂਕਿ ਅੱਜ ਮੰਡੇ ਵੇ, ਅੱਜ ਪੀਰ ਦਾ ਦਿਨ ਨੇ, ਲੇਕਿਨ ਫੈਮਲੀਜ਼ ਆਈਆਂ ਹੋਈਆਂ ਨੇ। ਮੇਰਾ ਵੀ ਦਿਲ, ਮੈਂ ਵੀ ਥੱਲੇ ਜਾਵਾਂ, ਮੈਂ ਥੱਲੇ ਜਾ ਕੇ ਜ਼ਰਾ ਵੇਖ ਕੇ ਆਵਾਂ ਕਿ ਕੋਈ ਮੱਛੀ ਮੁੱਛੀ ਫੜੀ ਇਹਨਾਂ ਨੇ ਕਿ ਨਹੀਂ। ਇਹ ਬੰਦੇ ਕਿਸ ਤਰ੍ਹਾਂ ਆਏ ਹੋਣੇ ਨੇ, ਉਹਨਾਂ ਨੇ ਆਪਣੀ ਗੱਡੀਆਂ ਕਿੱਥੇ ਪਾਰਕਿੰਗ ਲਾਈਆਂ ਹੋਣੀਆਂ ਨੇ। ਉਹ ਤੇ ਬੋਰਡ ਲਿਖਿਆ ਹੈ ਇੱਥੇ, ਹਰ ਚੀਜ਼ ਜਿਹੜੀ ਨਾ ਕਿਸੇ ਚੀਜ਼ ਦੇ ਅੰਡਰ ਹੁੰਦੀ ਹੈ। ਇਹ ਨਹੀਂ ਕਿ ਇੱਥੇ ਕੋਈ ਵੀ ਆ ਕੇ ਇੱਥੇ ਮੱਛੀਆਂ ਫੜਨਾ ਸ਼ੁਰੂ ਕਰ ਦੇਗਾ। ਉਹ ਬੋਰਡ ਲੱਗੇ ਉਹਦੇ 'ਤੇ ਬਕਾਇਦਾ ਹਦਾਇਤ ਲਿਖੀ ਹੈ, 1500 ਯੈਨ ਲਿਖਿਆ ਹੋਇਆ, ਪਤਾ ਨਹੀਂ, ਮੈਂ ਟਰਾਂਸਲੇਟ ਕਰਨਾ ਵਾਲੇ। ਅਤੇ ਇਹ ਮੇਰੇ ਖਿਆਲ ਹੈ ਸ਼ਾਇਦ ਇੱਥੇ ਕੋਈ ਅਪੋਇੰਟਮੈਂਟ ਲੈਣੀ ਪੈਂਦੀ ਹੋਏਗੀ ਇੱਥੇ ਵੀ ਆ ਕੇ। ਉਹ ਬਕਾਇਦਾ ਨੰਬਰ ਲੱਗੇ ਨੇ, ਹਾਂ ਇਹ 13 ਨੰਬਰ, ਉਹ ਇੰਜ 11 ਨੰਬਰ, 10 ਨੰਬਰ, 9 ਨੰਬਰ। ਇਹਦਾ ਮਤਲਬ ਇਹ ਹੀ ਹੈ ਕਿ ਜਿਹੜਾ ਬੰਦਾ ਇੱਥੇ ਪੇ ਕਰੇਗਾ ਉਹ ਹੀ ਥੱਲੇ ਆ ਕੇ ਮੱਛੀ ਫੜੇਗਾ। ਕਿਆ ਬਾਤ ਹੈ, ਕਿਆ ਯਾਰ। ਵੇਖੋ ਇਹ ਮੇਰੇ ਘਰੋਂ ਤਕਰੀਬਨ ਕੋਈ ਨਾ ਸਿਰਫ 20 ਕਿਲੋਮੀਟਰ ਦੂਰ ਹੈ। ਇਹ ਮਜ਼ੇ ਨੇ ਜਾਪਾਨ ਦੇ ਵਿੱਚ ਨਾ, ਤੁਸੀਂ ਲੈਸ ਦੈਨ 100 ਕਿਲੋਮੀਟਰ, ਉਹ ਵੀ ਬਹੁਤ ਜ਼ਿਆਦਾ ਹੈ, 50 ਜਾਂ 60 ਕਿਲੋਮੀਟਰ ਦੇ ਅੰਦਰ ਤੁਸੀਂ ਸਮੁੰਦਰ 'ਤੇ ਵੀ ਜਾ ਸਕਦੇ ਹੋ, ਪਹਾੜਾਂ 'ਚ ਵੀ ਜਾ ਸਕਦੇ ਹੋ, ਇਸ ਤਰ੍ਹਾਂ ਦੇ ਨਜ਼ਾਰਿਆਂ 'ਚ ਵੀ, ਕੰਟਰੀ ਸਾਈਡ 'ਚ ਵੀ ਜਾ ਸਕਦੇ ਹੋ। ਈਵਨ ਕਿ ਤੁਸੀਂ ਟੋਕੀਓ ਦੇ ਵਿੱਚ ਵੀ ਹੋ ਨਾ, ਤੁਸੀਂ 40-50 ਕਿਲੋਮੀਟਰ ਨਿਕਲ ਕੇ ਤੁਸੀਂ ਪਿੰਡਾਂ ਵਿੱਚ ਚਲੇ ਜਾਓਗੇ। ਟਿਪੀਕਲ ਜਾਪਾਨ ਇਹੀ ਹੈ, ਇਸੇ ਤਰ੍ਹਾਂ ਦਾ, ਬਿਲਕੁਲ ਇਸ ਤਰ੍ਹਾਂ ਦਾ ਰੀਅਲ ਜਾਪਾਨ। ਥੱਲੇ ਜਾਣਾ ਚਾਹੁੰਦਾ ਵਾਂ। ਇਹ ਵੇਖ ਰਹੇ ਹੋ ਛੋਟੀ ਛੋਟੀ ਜਗ੍ਹਾ 'ਤੇ ਉਹਨਾਂ ਨੇ ਬੋਰਡ ਇਸ ਵਜ੍ਹਾ ਤੋਂ ਲਾਏ ਨੇ, ਇੱਕ ਇੱਕ ਚੀਜ਼ ਜਿਹੜੀ ਹੈ ਕਿ ਤਾਂ ਕਿ ਨਾ ਕੋਈ ਬੰਦਾ ਡਿਸਟਰਬ ਨਾ ਹੋਵੇ, ਕੋਈ ਬੰਦਾ ਬਹਿਸ ਨਾ ਕਰੇ। ਇੱਥੇ ਹੁਣ ਅਸੀਂ ਆਪਣੀ ਗੱਡੀ ਪਾਰਕ ਨਹੀਂ ਕਰ ਸਕਦੇ ਕਿਉਂਕਿ ਇਹ ਬੋਰਡ ਲੱਗਿਆ ਕਿ ਭਾਈ ਇੱਥੇ ਨਹੀਂ, ਕਮ ਅਜ਼ ਕਮ ਇੱਥੇ ਜਿਹੜਾ ਨਾ ਨਹੀਂ ਗੱਡੀ ਪਾਰਕ ਕਰਨੀ। ਅਤੇ ਉਹ ਲੱਗਦਾ ਉਹ ਪਿੱਛੇ ਪਾਰਕਿੰਗ ਹੈ, ਉੱਥੇ ਲੋਕ ਗੱਡੀਆਂ ਪਾਰਕ ਕਰਕੇ ਨਾ ਅਤੇ ਇੱਧਰੋਂ ਵਿੱਚੋਂ ਨਿਕਲ ਕੇ ਥੱਲੇ ਜਾਂਦੇ ਨੇ। ਹੁਣ ਮੈਂ ਕਿੱਧਰੋਂ ਜਾਵਾਂ, ਮੈਂ ਵੀ ਥੱਲੇ ਜਾਣਾ ਚਾਹੁੰਦਾ ਵਾਂ, ਵੇਖਣਾ ਚਾਹੁੰਦਾ ਵਾਂ। ਦੋਸਤੋ ਮੈਂ ਫਿਲਹਾਲ ਨਾ ਇੱਥੇ ਲਾ ਦਿੱਤੀ। ਮੈਂ ਪਹਿਲੇ ਅੰਦਾਜ਼ਾ ਲਾਇਆ ਕਿ ਇੱਥੇ ਨਾ ਕਾਰ ਦਾ ਰਸਤਾ ਨਹੀਂ ਹੈ, ਇਸ ਵਜ੍ਹਾ ਤੋਂ ਨਾ ਬਾਈਕ ਦਾ ਜਾਂ ਸਾਈਕਲ ਦਾ ਹੀ ਰਸਤਾ ਹੈ। ਅਤੇ ਮੈਂ ਜ਼ਰਾ ਇੱਥੇ ਕਰਕੇ ਲਾ ਦਿੱਤੀ ਹੈ ਤਾਂ ਕਿ ਇੱਧਰੋਂ ਕਿਸੇ ਨੇ ਲੰਘਣਾ ਅਤੇ ਉਹ ਲੰਘ ਵੀ ਜਾਵੇ, ਕਿਉਂਕਿ ਮੈਂ ਫ਼ੌਰਨ ਵਾਪਸ ਆ ਜਾਣਾ ਨਾ। ਅੱਛਾ ਦੋਸਤੋ, ਮੈਂ ਇਹਦੀ ਟਰਾਂਸਲੇਸ਼ਨ ਕੀਤੀ ਹੈ। ਪਰ ਬੰਦਾ ਜਿਹੜਾ ਉਹ 1500 ਯੈਨ ਦੇਗਾ ਫਿਸ਼ਿੰਗ ਵਾਸਤੇ। ਔਰ ਉਹ ਇਹਦੇ 'ਤੇ ਰੂਲ ਲਿਖੇ ਨੇ ਕਿ ਭਾਈ, ਬੜੇ ਰੂਲ ਲਿਖੇ ਨੇ ਕਿ ਤੁਸੀਂ ਬੱਚੇ ਨੂੰ ਅਗਰ ਕੋਈ ਚੋਟ ਲੱਗ ਜਾਂਦੀ ਹੈ, ਉਹ ਉਹਦੀ ਅਸੀਂ ਜ਼ਿੰਮੇਦਾਰ ਨਹੀਂ ਹਾਂ। ਔਰ ਮੱਛਲੀ ਦਾ ਜਿਹੜਾ ਗੰਦ ਹੈ ਉਹ ਇਹਦੇ ਵਿੱਚ ਨਹੀਂ ਸੁੱਟਣਾ। ਔਰ ਇੱਥੇ ਉਹਨਾਂ ਨੇ ਲਿਖਿਆ ਹੈ ਕਿ ਅਸੀਂ, ਯਾਨੀ ਕਿ ਜਿਹੜਾ ਰਿਵਰ ਡਿਪਾਰਟਮੈਂਟ ਹੈ, ਉਹ ਬਾਕਾਇਦਾ ਮੱਛੀਆਂ ਰਿਲੀਜ਼ ਕਰਦਾ ਇਸ ਰਿਵਰ ਦੇ ਵਿੱਚ ਨਾ। ਪਤਾ ਨਹੀਂ ਕਿਸ ਤਰ੍ਹਾਂ ਇਹਦਾ ਟਰਾਂਸਲੇਸ਼ਨ 'ਚ ਆਹੀ ਮਤਲਬ ਨਿਕਲਿਆ। ਉਹ ਕਹਿੰਦੇ ਨੇ ਕਿ ਅਸੀਂ ਮੱਛੀਆਂ ਜਿਹੜੀਆਂ ਨੇ ਉਹ ਰਿਲੀਜ਼ ਕੀਤੀਆਂ ਨੇ। ਚਲੋ ਜੀ, ਚਲੀਏ ਵਾਪਸ। ਹੁਣ ਅੱਗੇ ਚੱਲ ਕੇ ਵੇਖਦੇ ਹਾਂ, ਅੱਗੇ ਚੱਲ ਕੇ ਵੇਖਦੇ ਹਾਂ ਹੁਣ ਕੀ ਨਿਜ਼ਾਮ ਹੈ। ਕਿਆ ਬਾਤ, ਕਿੱਧਰ ਜਾਈਏ, ਇੱਧਰ ਚਲੀਏ। ਇਹ ਤੰਗ ਰਸਤਾ ਹੈ ਨਾ, ਵੇਖ ਲਓ ਕਿ ਇੱਥੇ ਸ਼ੀਸ਼ਾ ਲੱਗੇ ਹੈ। ਉਸ ਸ਼ੀਸ਼ੇ ਦੇ ਵਿੱਚ ਮੈਂ ਸਾਰਾ ਵੇਖ ਸਕਣਾ ਕਿ ਉੱਧਰੋਂ ਕੋਈ ਗੱਡੀ ਤਾਂ ਨਹੀਂ ਆ ਰਹੀ, ਤਾਂ ਕਿ ਮੈਂ ਇੱਥੇ ਹੀ ਸਾਈਡ 'ਤੇ ਖੜ੍ਹਾ ਹੋ ਜਾਵਾਂ। ਇਹ ਪੂਰੇ ਜਾਪਾਨ 'ਚ ਇਸੇ ਤਰ੍ਹਾਂ ਹੀ ਸ਼ੀਸ਼ੇ ਲੱਗੇ ਹੁੰਦੇ ਨੇ। ਵਾਹ ਰੇ ਵਾਹ, ਇਹ ਕਿੱਧਰ ਚਲਾ ਗਿਆ। ਇਹ ਵੀ ਕੋਈ ਨਦੀ ਗੁਜ਼ਰ ਰਹੀ ਹੈ ਇੱਥੋਂ। ਇਹ ਵੀ ਲੱਗਦਾ ਮੈਨੂੰ ਅੱਗੋਂ ਗਲੀ ਬੰਦ ਹੈ ਸ਼ਾਇਦ। ਮੌਸਮ ਬਹੁਤ ਹੀ ਪਿਆਰਾ ਹੋ ਗਿਆ, ਬਹੁਤ ਹੀ ਜ਼ਿਆਦਾ।